बाबा जी की लगता है कि इस बार की जी दिवाली है और सब्जियां के जोड़े रेट है वो कोरोना वायरस के चलदियां ये रेट महंगे हुए हैं और त्यौहार फिक्का पिया है? बिल्कुल जी, गाहक ही नहीं। दिवाली तो बाद काम का सिस्टम बदलने बारे सोच रहे हैं। उस महंगाई का असर सब्जी ते भी पिया है? बहुत ज़्यादा पै गया सर। ਇਹਦੇ ਨਾਲ ਤਾਂ ਦੇਖੋ ਜੀ ਕੁਝ ਡੀਜ਼ਲ ਵਧਣ ਕਰਕੇ ਜਿਹੜਾ ਕਿ ਮੇਨ ਤਾਂ ਆਪਣਾ ਇਹ ਹੈ ਨਾ ਜੀ ਡੀਜ਼ਲ ਵਧਣ ਕਰਕੇ ਸਾਰੀ ਮਹਿੰਗਾਈਆਂ ਵੱਧਦੀਆਂ ਨੇ। ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸਬਜ਼ੀ ਦੀ ਜਿਹੜੀ ਆ ਉਹ ਲਾਗਤ ਵੱਧਦੀ ਹੈ? ਦੇਖੋ ਜੀ ਪਿਛਲੇ 2 ਤਿਉਹਾਰ ਗਏ ਉਹਦੇ ਵਿੱਚ ਤਾਂ ਕਿਸੇ ਦਾ ਕੁਝ ਨਹੀਂ ਬਣਿਆ। ਅੱਛਾ ਜੀ। ਸਾਰੇ 100 ਦੇ ਵਿੱਚ ਹੈ, ਸਾਰੇ ਘਾਟੇ 'ਚ ਹੈ, ਲੋਕਾਂ ਦੇ ਪੈਸੇ ਨਹੀਂ ਪੂਰੇ ਹੁੰਦੇ। मतलब 30 रुपए के टिफन ਦੇ ਵਿੱਚ ਕੀ ਕਿੰਨੀਆਂ ਰੋਟੀਆਂ ਔਰ ਸਬਜ਼ੀ ਜਿਹੜੀ ਹੈ ਕਿ ਉਸ ਦੇ ਨਾਲ ਪੂਰਾ ਪੈ ਜਾਂਦਾ ਤੁਹਾਡਾ? ਇਹਦੇ ਚ ਮੈਂ ਇੱਕ ਸਬਜ਼ੀ ਦਿੰਦਾ ਜੀ, ਮਟਰ ਗਾਜਰ ਹੋ ਜਾਵੇ ਜਾਂ ਰਾਜਮਾ ਹੋ ਜਾਵੇ, ਹਾਂਜੀ 6 ਰੋਟੀਆਂ ਨਾਲ ਦਿੰਦਾ, ਨਾਲ ਸਲਾਦ ਦਿੰਦਾ, ਹਰੀ ਮਿਰਚ ਦਿੰਦਾ, ਨਾਲ ਅਚਾਰ ਦਿੰਦਾ। ਇਹਦੇ ਵਿੱਚ ਵੀ ਮੈਨੂੰ ਪੂਰਾ ਨਹੀਂ ਹੋ ਸਕਦਾ। ਸਾਡੇ ਵਰਗੇ ਰੁਜ਼ਗਾਰ ਬੇਰੁਜ਼ਗਾਰ ਬੈਠੇ ਸੀ, ਕੋਈ ਕੰਮ ਨਹੀਂ ਹੈਗਾ, ਇਸ ਕਰਕੇ ਕੰਮ ਖੋਲਿਆ ਹੋਇਆ ਜੀ। ਹੁਣ ਪਹਿਲਾਂ ਟੈਕਸੀ ਦਾ ਕੰਮ ਸੀਗਾ, ਉਹ ਠੱਪ ਹੋ ਗਿਆ ਲਾਕਡਾਊਨ ਕਰਕੇ। ਸਕੂਲ ਦੀ ਟੈਕਸੀ ਚਲਾਇਆ ਕਰਦੇ ਸੀ? ਸਕੂਲ ਤੇ ਚਲਾਉਂਦੇ ਸੀਗੇ ਜੀ, ਮੈਡਮਾਂ ਪੈਸੇ ਨਹੀਂ ਦੇ ਰਹੀਆਂ, ਉਹਨਾਂ ਕਰਕੇ ਫਿਰ ਉਹਨਾਂ ਨੇ ਹਟਾਤੀਆਂ ਗੱਡੀਆਂ। ਅੱਛਾ। ਤੇ ਤਾਂ ਕਰਕੇ ਫਿਰ ਹੁਣ ਆਹ ਕੰਮ ਸ਼ੁਰੂ ਕਰਿਆ ਜੀ। इस एरिया की गल की जाए तो खुंडे वाला बाबा बहुत मशहूर है और मेरे नाल जुड़े ने और सब्जी का काम करते हैं। ये आप खुद सब्जियां उगाते भी ने और इस तो इलावा बाजार तो लिया के मंडी तो लिया के भी बेचते हैं। और जो इन्होंने दिनों के विच प्रभाव चल रहा है महंगाई का, वो बारे इन्होंने नाल गलबात करते हैं। बाबा जी की लगता है कि इस बार की जी दिवाली है और सब्जियां के जोड़े रेट है वो कोरोना वायरस के चलदियां ये रेट महंगे हुए हैं और त्यौहार फिक्का पिया है? बिल्कुल जी, गाहक ही नहीं। दिवाली तो बाद काम का सिस्टम बदलने बारे सोच रहे हैं। बस नहीं इन्नी महंगाई सब्जी नूं लैके जी ये है जी, ਜਿਹੜਾ आम छोटा किसान है जी ਜਾਂ अपना ਲਾਲੋ ਥਾਪਰ ਚ ਮੁਲਾਜ਼ਮ ਨੇ ਜਾਂ ਜਿਹੜੇ ਪ੍ਰਾਈਵੇਟ ਮੁਲਾਜ਼ਮ ਨੇ ਜਾਂ ਜਿਹੜੇ ਰੇੜੀ ਫੇੜੀ ਵਾਲੇ ਨੇ ਜੋ ਰੇੜੀਆਂ ਚਲਾ ਕੇ ਗੁਜ਼ਾਰਾ ਕਰਦੇ ਨੇ, ਟੈਂਪੂ ਵਾਲੇ ਨੇ, ਉਹਨਾਂ ਦੀ ਪਹੁੰਚ ਤੋਂ ਜ਼ਿਆਦਾ ਉੱਪਰ ਦੀ ਮਹਿੰਗਾਈ। ਲੋਕ ਕਹਿੰਦੇ ਆ ਕਿ ਸਬਜ਼ੀ ਵਾਲੇ ਖੁਦ ਮਹਿੰਗਾਈ ਕਰ ਰਹੇ ਆ। ਅਸੀਂ ਕਰਨਾ ਕਰਾਂਗੇ। ਹੁਣ ਤੁਸੀਂ ਲਾ ਲਓ, ਹੁਣ ਆ ਨਵਾਂ ਆਲੂ ਆਇਆ ਜੀ, ਕੱਲ੍ਹ 60 ਰੁਪਏ ਵੇਚਦੇ ਸੀ, ਅੱਜ 50 ਰੁਪਏ ਵੇਚਦੇ ਆ। ਅਸੀਂ ਘਟ ਗਿਆ ਪਿੱਛੋਂ ਘਟਿਆ ਤੇ ਤੁਸੀਂ ਵੀ ਘੱਟ ਲਾਉਂਦੇ ਹੋ। ਪਹਿਲਾਂ ਟਮਾਟਰ 80 ਰੁਪਏ ਵੇਚਦੇ ਸੀ, ਅੱਜ 50 ਰੁਪਏ ਵੇਚਦੇ ਆ। ਪਿਆਜ਼ ਦਾ ਜਿਹੜਾ ਰੇਟ ਹੈ ਉਹ ਘਟਣ ਦਾ ਨਾਮ ਨਹੀਂ ਲੈ ਰਿਹਾ। ਹਰ ਸੀਜ਼ਨ ਤੇ ਪਿਆਜ਼ ਦਾ ਜਿਹੜਾ ਰੇਟ ਉਹ ਵੱਧਦਾ ਹੈ। ਕੀ ਕਹਿਣਾ ਚਾਹੁੰਦੇ ਹੋ? ਕੁਛ ਸਾਡੇ ਜ਼ਿਮੀਂਦਾਰ ਭਰਾਵਾਂ ਦੀ ਘਾਟ ਆ। ਮੈਂ ਤੁਹਾਨੂੰ ਦੱਸਿਆ ਵੀ ਆਪ ਸਬਜ਼ੀ ਲਾਉਣਾ ਜਿੱਥੇ ਜੀ ਪਿੰਡ ਲੰਘ, ਮੈਂ ਕਿਸੇ ਦੀ ਮੋਟਰ ਤੇ ਕਿਆਰੀ ਪਿਆਜ਼ ਦੀ ਲੱਗੀ ਨਹੀਂ ਦੇਖੀ। ਜੇ ਸਾਰੇ ਪੰਜਾਬ ਦੇ ਵਿੱਚ ਜਿੰਨੀਆਂ ਮੋਟਰਾਂ, ਹਰੇਕ ਬੰਦਾ ਆਪਦੇ 2 ਕਿਆਰੀਆਂ ਲਾ ਲੇ, 4 ਘਰਾਂ ਨੂੰ ਹੋਰ ਸਰੂਗਾ। ਬਿਲਕੁਲ ਬਿਲਕੁਲ, ਫਿਰ ਰੇਟ ਵੀ ਨਹੀਂ ਇੰਨਾ ਉੱਪਰ ਹੋਏਗਾ। ਜੇ ਕੋਈ ਜ਼ਿਮੀਂਦਾਰ ਇੱਥੇ ਆ ਕੇ ਮੇਰੇ ਕੋਲ ਪਿਆਜ਼ ਲੈਂਦਾ ਨਾ, ਮੈਂ ਉਹਨੂੰ ਕਹਿਣਾ, ਉਹ ਕਹਿੰਦੇ ਵਪਾਰੀ ਐ ਕੀਤਾ, ਵਪਾਰੀ ਨੇ ਇਹ ਕੀਤਾ, ਵਪਾਰੀ ਨੇ ਮਹਿੰਗਾਈ ਕਰਤੀ। ਮੈਂ ਕਿਹਾ ਵੀ ਤੇਰੀ ਮੋਟਰ ਤੇ ਕਿੰਨਾ ਪਿਆਜ਼ ਲੱਗਿਆ? ਕਹਿੰਦਾ ਮੈਂ ਤਾਂ ਲਾਇਆ ਨਹੀਂ। ਮੈਂ ਤੂੰ ਵਪਾਰੀਆਂ ਨੂੰ ਕੋਈ ਫੜਦਾ? ਜਿਹੜੀ ਚੀਜ਼ ਤੇਰੇ ਖੇਤ ਚ ਉੱਗਰਦੀ ਆ ਤੂੰ ਆਪਦੀ ਉਗਾ, ਔਰ ਜਿਹੜੀ ਰੋਜ਼ਮਰਾ ਚ ਕੰਮ ਆਉਂਦੀ ਨਾਲ ਰੋਜ਼ਮਰਾ ਚ ਕੰਮ ਆਉਂਦੀ ਆ, ਹਰ ਟਾਈਮ ਹੋ ਸਕਦੀ ਹੈ। ਤੁਸੀਂ ਆਪਣੇ ਖੇਤ ਲਾਓ, ਵਪਾਰੀ ਕੋਈ ਜਾਓ ਹੀ ਨਾ ਜੀ। ਪਰ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਨੇ ਇਸ ਵਾਰ ਦੀਆਂ ਸਬਜ਼ੀਆਂ ਜਿਹੜੀਆਂ। ਬਿਲਕੁਲ ਸਹੀ ਹੈ ਜੀ ਗੱਲ, ਤੇਜ਼ ਹੈ ਕੰਮ। ਮੈਂ ਤਾਂ ਆਪ ਬਸ ਦੀਵਾਲੀ ਤੋਂ 2 ਦਿਨ ਬਾਅਦ ਇੱਕ ਪਤੀਲਾ ਲਿਆਂਦਾ ਵੱਡਾ ਜੀ, ਖੇਤੋਂ ਸਾਗ ਤੋੜ ਕੇ ਰਿੰਨ ਕੇ ਵੇਚਿਆ ਕਰੂੰਗਾ ਇੱਥੇ। ਅੱਛਾ, ਬਣਾ ਕੇ ਸਾਗ ਬਣਾ ਕੇ ਵੇਚੂੰਗਾ। ਅੱਛਾ ਜੀ, ਹਾਂਜੀ, ਕੀ ਬਾਤ ਹੈ ਜੀ। ਸਾਰਾ ਕੁਝ ਤਿਆਰ। ਅੱਜ ਗੋਭੀ ਦਾ ਕੀ ਰੇਟ ਹੈ? ਕੀ ਬਾਜ਼ਾਰ ਚੋਂ, ਕੀ ਮੰਡੀ ਚੋਂ ਕਿੰਨੀ ਕੀ ਮਿਲੀ ਹੈ ਔਰ ਤੁਸੀਂ ਕੀ ਸੇਲ ਕਰ ਰਹੇ ਹੋ? ਮੰਡੀ ਚੋਂ 18-17 ਰੁਪਏ ਮਿਲੀ ਹੈ। ਅਸੀਂ ਉਹਨਾਂ ਦੇਖੋ ਸਾਫ਼ ਸੂਫ ਕਰਕੇ 30 ਰੁਪਏ ਵੇਚ ਰਹੇ ਹਾਂ। ਮਿਹਨਤ ਵੀ ਹੈ। ਬਿਲकुल। और दोस्तों बिल्कुल खुंडे वाले बाबे ने कहा कि पिछों ही समान जिहड़ा है सब्जी जिहड़ी है महंगी आ रही है। और एक इन्होंने बहुत वड्डी गल कीती है कि आलू प्याज साडी हर जिंदगी च काम आउंदा है और हर एक इंसान जिहड़ा है सब्जी खांदा है। जे जिमीदार भरा अपने खेतों के विच मतलब अद्धा किला कह सकते जिन्ना भी ला सकते हैं, जो अपने प्याज लाउण तो शायद जिहड़ा प्याज का रेट वाधा है वो ना वधे। एक चीज़ हो रहा जी, मैं कोरोना वायरस तो पहले फरवरी ਦੇ ਵਿੱਚ ਆਪਣੇ ਖੇਤ 13 ਆਈਟਮਾਂ ਲਾਈਆਂ ਸੀ। ਪੁਦੀਨਾ, ਧਨੀਆ, ਹਰੀ ਮਿਰਚ, ਲਾਲ ਟਮਾਟਰ, ਘੀਆ, ਭਿੰਡੀ, ਤੋਰੀ, ਪੇਠਾ, ਹਰ ਆਈਟਮ ਸੀ ਮੇਰੇ ਕੋਲੇ। ਤੇ ਇੱਥੋਂ ਥਾਪਰ ਚੋਂ ਵੀ ਤੇ ਇੱਕ ਐਸਡੀ ਨਹਿਰੀ ਵਿਭਾਗ ਦੇ ਉਹ ਮੇਰੇ ਖੇਤੋਂ ਸਮਾਨ ਜਾ ਕੇ ਲਿਆਉਂਦੇ ਰਹੇ ਨੇ। ਉਹਨਾਂ ਦਿਨਾਂ ਵਿੱਚ ਸਾਰੀ ਆਈਟਮ ਖੇਤੋਂ ਮੈਂ ਪਾਉਂਦਾ ਸੀਗਾ। ਪ੍ਰੋਬਲਮ ਕੀ ਆਈ, ਜਦੋਂ ਕੋਰੋਨਾ ਵਾਇਰਸ ਕਰਕੇ ਇਹ ਗਾਹਾਂ ਮਾਲ ਨਾ ਵਿਕਿਆ, ਪਹਿਲਾਂ ਮੈਨੂੰ ਲੋਹੀਆ ਵਾਹੁਣਾ ਪਿਆ।
ਲੋਹੀਆਂ ਬਾਹ ਕੇ ਮੱਕੀ ਲਾਈ। ਉਦੋਂ ਬਾਅਦ ਮੇਰੀਆਂ ਭਰਿੰਡੀਆਂ ਪੱਕ ਗਈਆਂ, ਉਹ ਪੱਟੀਆਂ ਨਹੀਂ, ਤੋੜੀਆਂ ਨਹੀਂ। ਹੁਣ ਮੈਂ ਉੱਥੇ ਕਣਕ ਬੀਜ ਤੇ ਅੱਕ ਕੇ, ਉਹਦਾ ਵੀ ਕਾਰਨ ਹੈ। ਬਿਲਕੁਲ, ਕਰੋਨਾ ਵਾਇਰਸ ਦੇ ਚੱਲਦਿਆਂ ਕਿਸਾਨੀ ਤੇ ਬਹੁਤ ਪ੍ਰਭਾਵ ਪਿਆ ਹੈ, ਬਿਜ਼ਨਸ ਤੇ ਬਹੁਤ ਪ੍ਰਭਾਵ ਪਿਆ ਹੈ, ਲੇਕਿਨ ਕੀਤਾ ਕੀ ਜਾਵੇ, ਜ਼ਿੰਦਗੀ ਹੈ, ਇਸ ਨੂੰ ਜਿਉਣਾ ਤਾਂ ਪੈਣਾ ਹੀ ਹੈ। ਔਰ ਕਿਸ ਤਰ੍ਹਾਂ ਜੀ ਰਹੇ ਆ ਇਹ ਸਿਰਫ ਉਹੀ ਸ਼ਖਸ ਜਾਣਦਾ ਹੈ ਜੋ ਆਪਣੇ ਵਰਗੇ ਲੋਕ ਹਰ ਰੋਜ਼ ਮਿਹਨਤ ਮਜ਼ਦੂਰੀ ਕਰਕੇ ਆਪਣਾ ਔਰ ਆਪਣੇ ਬੱਚਿਆਂ ਦਾ ਪੇਟ ਪਾਲਦੇ ਨੇ। ਪਿਛਲੇ ਸਾਲ ਇੱਥੇ ਸਾਡੀ ਸੇਲ 8-9 ਹਜ਼ਾਰ ਰੁਪਏ ਦੀ ਸੀ ਇੱਥੇ, ਤੇ ਹੁਣ ਤੁਸੀਂ ਲਾ ਲਓ ਮਹਿੰਗੀਆਂ ਹੋਣ ਦੇ ਬਾਵਜੂਦ ਕੋਈ ਦੁਕਾਨਦਾਰ ਕਹਿ ਦੇ ਮੈਂ ਸ਼ਰਤ ਕਰਦਾ 4000 ਤੋਂ ਨਹੀਂ ਟੱਪਦਾ, ਕੀ ਉਹ ਜੋ ਕਮਾਊਗਾ? ਅੱਛਾ, ਪਿਛਲੇ ਸਾਲ ਮੇਰੇ ਘਰੇ ਅੱਜ ਕੱਲ੍ਹ 2.5 ਕਿਲੋ ਦੁੱਧ ਜਾਂਦਾ ਸੀ ਰੋਜ਼, ਸ਼ਾਮ ਨੂੰ ਪੀਂਦੇ ਸੀ, ਥੱਕਦੇ ਨਹੀਂ ਸੀ। ਹੁਣ ਤੁਸੀਂ ਸੱਚ ਮੰਨੋ ਅੱਧਾ ਕਿਲੋ ਡੇਲੀ ਦਾ ਜਾਂਦਾ, ਤੇ ਤੜਕੇ ਨੂੰ ਵੀ ਜੀ ਉਹ ਪਾ ਦੇ, ਆਹ ਪਾ ਦੇ, ਲੱਤਾਂ ਦੁਖਣ ਲੱਗ ਜਾਂਦੀਆਂ। ਫਿਰ ਸੋਚਦੇ ਲੱਤਾਂ ਕਿਉਂ ਦੁਖਦੀਆਂ, ਜੋ ਖਾਣ ਨੂੰ ਤਾਂ ਹੈ ਨਹੀਂ, ਲੱਤਾਂ ਦੁਖਣੀਆਂ। ਦੋਸਤੋ, ਇਸ ਐਪੀਸੋਡ ਦੇ ਵਿੱਚ ਅਸੀਂ ਸਬਜ਼ੀਆਂ ਤੇ ਫਲਾਂ ਦੀ ਗੱਲ ਕਰ ਰਹੇ ਹਾਂ, ਔਰ ਗੱਲ ਕਰ ਰਹੇ ਹਾਂ ਇੱਕ ਹੋਰ ਮੇਰੇ ਵੀਰ ਨੇ ਜੋ ਸਬਜ਼ੀ ਦੀ, ਇਹਨਾਂ ਦੀ ਪਿੱਛੇ ਸ਼ਾਪ ਜਿਹੜੀ ਹੈ ਸਬਜ਼ੀ ਦਾ ਕੰਮਕਾਰ ਹੈ, ਔਰ ਇਹਨਾਂ ਤੋਂ ਪੁੱਛਦੇ ਹਾਂ ਕਿ ਜਿਹੜੀ ਮਹਿੰਗਾਈ ਹੈ ਇਹਨਾਂ ਨੇ ਕੀਤੀ ਹੈ ਜਾਂ ਇਹਨਾਂ ਨੂੰ ਪਿੱਛੋਂ ਜਿਹੜਾ ਮੰਡੀ ਤੋਂ ਹੀ ਸਮਾਨ ਮਹਿੰਗਾ ਮਿਲ ਰਿਹਾ ਹੈ, ਔਰ ਕੀ ਇਹ ਸਮਾਨ ਪੂਰੀ ਤਰ੍ਹਾਂ ਖਰੀਦ ਰਹੇ ਨੇ ਲੋਕ। ਕਰੋਨਾ ਵਾਇਰਸ ਦੇ ਚੱਲਦਿਆਂ ਟਮਾਟਰ, ਪਿਆਜ਼, ਇਸ ਦੇ ਰੇਟ ਦੇ ਵਿੱਚ ਕਿਤੇ ਵਾਧਾ ਤਾਂ ਨਹੀਂ ਹੋਇਆ? ਇਹਨਾਂ ਨਾਲ ਕਰਦੇ ਆਪਾਂ ਗੱਲਬਾਤ। ਵੀਰ ਜੀ, ਜਿਹੜਾ ਕਰੋਨਾ ਵਾਇਰਸ ਦੇ ਚੱਲਦਿਆਂ ਮਹਿੰਗਾਈ ਵਿੱਚ ਜਿਹੜੀ ਇੱਕਦਮ ਵਧੀ ਹੈ ਮਹਿੰਗਾਈ, ਉਸ ਮਹਿੰਗਾਈ ਦਾ ਅਸਰ ਸਬਜ਼ੀ ਤੇ ਵੀ ਪਿਆ ਹੈ? ਬਹੁਤ ਜ਼ਿਆਦਾ ਪੈ ਗਿਆ ਸਰ। ਇਹਦੇ ਨਾਲ ਤਾਂ ਦੇਖੋ ਜੀ, ਕੁਝ ਡੀਜ਼ਲ ਵਧਣ ਕਰਕੇ, ਜਿਹੜਾ ਕਿ ਮੇਨ ਤਾਂ ਆਪਣਾ ਇਹ ਹੈ ਨਾ ਜੀ, ਡੀਜ਼ਲ ਵਧਣ ਕਰਕੇ ਸਾਰੀ ਮਹਿੰਗਾਈਆਂ ਵਧਦੀਆਂ ਨੇ। ਠੀਕ ਨੇ ਸਰ ਜੀ, ਤੇ ਉਹਦੇ ਕਰਕੇ ਵੀ ਹਰੇਕ ਚੀਜ਼ ਤੇ ਫਰਕ ਪੈਂਦਾ ਜੀ। ਪਿਆਜ਼ ਨੇ ਲੱਕ ਤੋੜਿਆ ਹੋਇਆ ਹੈ। ਪਿਆਜ਼ ਦੀ ਇੰਨੀ ਜ਼ਿਆਦਾ ਪ੍ਰਾਈਸ ਜਿਹੜੀ ਵੱਧ ਰਹੀ ਹੈ, ਇੰਨਾ ਮਹਿੰਗਾਈ ਹੋ ਰਹੀ ਹੈ, ਉਸ ਬਾਰੇ ਕੀ ਕਹਿਣਾ ਚਾਹੁੰਦੇ? ਕਹਿੰਦੇ ਜੀ ਪਿਆਜ਼ ਨਾ ਪਿੱਛੇ ਬਹੁਤ ਜ਼ਿਆਦਾ ਉਧਰ ਹੜ੍ਹ ਆਉਣ ਕਰਕੇ ਪਿਆਜ਼ ਹੋ ਗਿਆ ਖਰਾਬ। ਅੱਛਾ, ਲੋਕਾਂ ਦਾ ਇਸ ਕਰਕੇ ਜਿਹੜੇ ਸ਼ਾਰਟੇਜ ਦੇ ਵਿੱਚ ਸਮਾਨ ਮਿਲ ਰਿਹਾ, ਜਦੋਂ ਜਦ ਸਮਾਨ ਸ਼ਾਰਟ ਆਏਗਾ ਉਹ ਐਕਚੁਅਲੀ ਮਹਿੰਗਾ ਹੋਏਗਾ ਹੈ। ਕੁਝ ਕੈਰੇਜ ਇੰਨੇ ਵੱਧ ਗਏ ਜੀ, ਹਰ ਇੱਕ ਪਾਸੇ ਕਰੋਨੇ ਨੇ 2 ਮਹੀਨੇ ਲੋਕਾਂ ਦਾ ਲੱਕ ਤੋੜਤਾ, ਜਿਹਦੇ ਨਾਲ ਗਵਰਨਮੈਂਟ ਨੂੰ ਵੀ ਬਹੁਤ ਨੁਕਸਾਨ ਹੋਇਆ ਜੀ। ਠੀਕ ਹੈ ਨਾ ਜੀ। ਇਹਨਾਂ ਦਿਨਾਂ ਵਿੱਚ ਨਵਾਂ ਆਲੂ ਆਉਂਦਾ ਹੈ, ਸ਼ੁਰੂ ਜ਼ਰੂਰ ਮਹਿੰਗਾ ਹੁੰਦਾ ਹੈ, ਹੌਲੀ ਹੌਲੀ ਉਹ ਸਸਤਾ ਹੋ ਜਾਂਦਾ ਹੈ। ਔਰ ਜੇ ਪੁਰਾਣੇ ਆਲੂ ਦੀ ਵੀ ਗੱਲ ਕਰੀਏ ਤੇ 40-50 ਤੱਕ ਤਾਂ ਉਹ ਹੁਣ ਤੱਕ ਵੀ ਰਹਿ ਚੁੱਕਾ ਹੈ ਸਰ। ਉਹ ਹਜੇ ਰਹੇਗਾ, ਕਿਉਂਕਿ ਜਦੋਂ ਨਵੀਂ ਚੀਜ਼ ਆਉਂਦੀ ਹੈ, ਪੁਰਾਣੀ ਚੀਜ਼ ਬਹੁਤ ਥੋੜੀ ਰਹਿ ਜਾਂਦੀ ਹੈ, ਉਹ ਉਸ ਹਿਸਾਬ ਨਾਲ ਮਿਲਦੀ ਹੈ। ਠੀਕ ਹੈ ਨਾ ਜੀ। ਖਾਣ ਵਾਲੇ 50 ਹੁੰਦੇ ਨੇ, ਠੀਕ ਹੈ ਨਾ, ਵੇਚਣ ਵਾਲੇ 10 ਹੁੰਦੇ ਨੇ। ਟਮਾਟਰ ਦਾ ਅੱਜ ਮਤਲਬ ਕੀ ਰੇਟ ਹੈ? ਟਮਾਟਰ ਅੱਜ ਟਮਾਟਰ ਦਾ ਜੀ 50 ਰੁਪਏ ਰੇਟ ਹੈ ਜੀ। ਅੱਛਾ ਜੀ। ਹਾਂਜੀ, ਜਿਹਦੇ ਵਿੱਚ 40 ਰੁਪਏ ਵੀ ਹੈ, 50 ਵੀ ਹੈ, 60 ਵੀ ਹੈ। ਅੱਛਾ ਜੀ। ਇਹ ਹਰੇਕ ਤਰ੍ਹਾਂ ਦੀ ਹੈ, ਕਿਉਂਕਿ ਇਸ ਟਾਈਮ ਜੋ ਲੋਕਲ ਸਬਜ਼ੀ ਕੋਈ ਨਹੀਂ ਆ ਰਹੀ। ਅੱਛਾ ਜੀ। ਸਾਰੀ ਅਦਰ ਸਟੇਟ ਤੋਂ ਆ ਰਹੀ ਹੈ। ਬਾਹਰਲੀ ਇਸੇ ਕਰਕੇ ਮਹਿੰਗੀ ਹੈ। ਬਾਹਰਲੀ ਸਟੇਟ ਇਹ 4-5 ਮਹੀਨੇ ਇੱਦਾਂ ਦੇ ਹੁੰਦੇ, ਇਹਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਸਬਜ਼ੀ ਬਹੁਤ ਘੱਟ ਹੁੰਦੀ ਹੈ। ਇਹ ਬਾਹਰਲੀ ਸਟੇਟ ਤੋਂ ਆਉਂਦੀ ਹੈ, ਜਿਹਦੇ ਵਿੱਚ ਕੈਰੇਜ ਪੈ ਗਿਆ, ਉਹ ਪੈ ਗਿਆ, ਇਸ ਕਰਕੇ ਤਾਂ ਮਤਲਬ ਜੇ ਕਹੀਏ ਕਿ ਉੱਥੋਂ 10 ਰੁਪਏ ਨਿਕਲਦੀ ਹੈ ਜ਼ਿਮੀਦਾਰਾਂ ਦੇ ਕੋਲੋਂ, ਤੇ ਪਹੁੰਚਦੀ 50-60 ਤੱਕ ਪਹੁੰਚ ਜਾਂਦੀ ਹੈ। ਹਾਂ, 40-50। ਫਿਰ ਵੀ ਦੇਖੋ ਜੀ, ਸਵੇਰ ਤੋਂ ਅਸੀਂ ਮਿਹਨਤ ਕਰ ਰਹੇ, ਹਰ ਇੱਕ ਇਨਸਾਨ ਨੇ ਵਿੱਚੋਂ ਕਮਾਉਣਾ, ਹਰ ਇੱਕ ਨੇ ਕਮਾਉਣਾ, ਕੋਈ ਸ਼ੱਕ ਨਹੀਂ। ਅਸੀਂ ਮਿਹਨਤ ਕਰ ਰਹੇ ਹਾਂ, ਅਸੀਂ 5-7 ਰੁਪਏ ਅਸੀਂ ਵੀ ਕਮਾਉਣੇ ਜੀ। ਠੀਕ ਹੈ ਨਾ ਜੀ। ਸਾਡਾ ਖਰਚਾ ਪਾਣੀ ਵੀ ਹੈ, ਹੋਰ ਵੀ ਹੈ। ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸਬਜ਼ੀ ਦੀ ਜਿਹੜੀ ਆ ਉਹ ਲਾਗਤ ਵੱਧਦੀ ਹੈ। ਦੇਖੋ ਜੀ, ਪਿਛਲੇ 2 ਤਿਉਹਾਰ ਗਏ, ਉਹਦੇ ਵਿੱਚ ਤਾਂ ਕਿਸੇ ਦਾ ਕੁਝ ਨਹੀਂ ਬਣਿਆ। ਅੱਛਾ ਜੀ। ਸਾਰੇ ਸ਼ੌਰਟ ਦੇ ਵਿੱਚ ਹੈ, ਸਾਰੇ ਘਾਟੇ 'ਚ ਹੈ, ਲੋਕਾਂ ਦੇ ਪੈਸੇ ਨਹੀਂ ਪੂਰੇ ਹੁੰਦੇ। ਸਾਨੂੰ 3 ਮਹੀਨੇ ਹੋ ਗਏ, 3 ਮਹੀਨੇ 'ਚੋਂ ਸਾਡੇ ਸ਼ਾਮ ਨੂੰ ਜਿੰਨੀ ਸਵੇਰ 'ਚ ਸਾਡੀ ਲਾਗਤ ਹੁੰਦੀ ਹੈ, ਉਹ ਸ਼ਾਮ ਨੂੰ ਸਾਡੀ ਪੂਰੀ ਨਹੀਂ ਹੁੰਦੀ। ਮਾਰ ਝੱਲ ਰਹੇ ਹੋ ਕਰੋਨਾ ਵਾਇਰਸ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਸੋ ਮੇਰੇ ਨਾਲ ਇੱਕ ਵੀਰ ਖੜੇ ਨੇ ਜਿਹੜੇ ਮਤਲਬ ਚਾਹ ਦਾ ਕੰਮ ਕਰਦੇ ਨੇ। ਉਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਕਦਰ ਇਹਨਾਂ ਦਿਨਾਂ ਵਿੱਚ ਸਾਡੀ ਜ਼ਿੰਦਗੀ ਚੱਲ ਰਹੀ ਹੈ। ਕੀ ਕਾਰਨ ਹੈ ਵੀਰ ਜੀ ਕਿ ਮਹਿੰਗਾਈ ਜਿਹੜੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ? ਮਹਿੰਗਾਈ ਪਿੱਛੇ ਕੀ ਕਹਿ ਸਕਦੇ ਜੀ, ਮਹਿੰਗਾਈ ਬਹੁਤ ਕਰਤੀ। ਇਹ ਮਜ਼ਦੂਰ ਵਿਚਾਰੇ ਰੇੜੀ ਲਾਉਂਦੇ ਨੇ, ਅਸੀਂ ਇਹਨਾਂ ਨੂੰ ਰੋਟੀ ਵਿਚਾਰਿਆਂ ਨੂੰ 30 ਰੁਪਏ ਰੋਟੀ ਦੇ ਰਹੇ ਹਾਂ। 30 ਰੁਪਏ ਦੇ ਵਿੱਚ ਅਸੀਂ ਕੀ ਦਈਏ? ਸਲਾਦ ਦੇ ਰਹੇ ਹਾਂ, ਵਿੱਚ ਸਬਜ਼ੀ ਦੇ ਰਹੇ ਹਾਂ, ਔਰ 6 ਫੁਲਕੇ ਵੀ ਦੇ ਰਹੇ ਹਾਂ। 8 ਫੁਲਕੇ ਵੀ ਲੈ ਸਕਦੇ ਨੇ, 8 ਵੀ ਖਾ ਰਿਹਾ, ਫਿਰ ਵੀ ਸਾਨੂੰ ਕੁਝ ਨਹੀਂ ਬਚ ਰਿਹਾ। ਲੇਕਿਨ ਜੋ ਮੇਰਾ ਸੀਗਾ, ਮੈਂ ਲਾਕਡਾਊਨ ਦੇ ਵਿੱਚ ਬਰਬਾਦ ਹੋ ਕੇ ਇਹ ਸੜਕ ਤੇ ਆ ਗਿਆ। ਮਤਲਬ 30 ਰੁਪਏ ਦੇ ਟਿਫਨ ਦੇ ਵਿੱਚ ਕਿੰਨੀਆਂ ਰੋਟੀਆਂ ਔਰ ਸਬਜ਼ੀ ਜਿਹੜੀ ਹੈ ਕਿ ਉਸ ਦੇ ਨਾਲ ਪੂਰਾ ਪੈ ਜਾਂਦਾ ਤੁਹਾਡਾ? ਇਹਦੇ 'ਚ ਮੈਂ ਇੱਕ ਸਬਜ਼ੀ ਦਿੰਦਾ ਜੀ, ਮਟਰ ਗਾਜਰ ਹੋ ਜਾਵੇ,
ਜਾਂ ਰਾਜਮਾ ਹੋ ਜੇ, ਹਾਂਜੀ 6 ਰੋਟੀਆਂ ਨਾਲ ਦਿੰਦਾ, ਨਾਲ ਸਲਾਦ ਦਿੰਦਾ, ਹਰੀ ਮਿਰਚ ਦਿੰਦਾ, ਨਾਲ ਅਚਾਰ ਦਿੰਦਾ। ਇਹਦੇ ਵਿੱਚ ਵੀ ਮੈਨੂੰ ਪੂਰਾ ਨਹੀਂ ਹੋ ਸਕਦਾ। ਮਤਲਬ ਜਿਹੜੀ ਇਹ ਦੀਵਾਲੀ ਹੈ, ਇਸ ਦੀਵਾਲੀ ਦਾ ਇਸ ਵਾਰ ਰੰਗ ਕਿਸ ਤਰ੍ਹਾਂ ਲੱਗਦਾ? ਗੂੜਾ ਰੰਗ ਲੱਗ ਰਿਹਾ ਜਾਂ ਫਿੱਕਾ ਲੱਗ ਰਿਹਾ? ਐਤਕੀ ਦੀਵਾਲੀ ਬਹੁਤ ਫਿੱਕੀ ਹੈ ਜੀ। ਅੱਛਾ ਜੀ, ਹਾਂਜੀ, ਕਿਵੇਂ? ਸਾਨੂੰ ਆਪਣੀ ਮਿਹਨਤ ਨਹੀਂ ਪੂਰੀ ਹੋ ਸਕਦੀ, ਬੱਚੇ ਸਾਡੇ ਘਰੇ ਬੈਠੇ ਨੇ, ਅਸੀਂ ਦੀਵਾਲੀ ਇਸ ਮਨਾ ਨਹੀਂ ਸਕਦੇ। ਸੋ ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਐਪੀਸੋਡ ਵਿੱਚ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਲੋਕ ਜਿਹੜੇ ਮਠਿਆਈਆਂ ਦੇ ਦੁਕਾਨਾਂ ਸਜੀਆਂ ਹੋਈਆਂ, ਲੇਕਿਨ ਗੱਲਬਾਤ ਕੁਝ ਨਹੀਂ ਬਣ ਰਹੀ ਕਿਉਂਕਿ ਲੋਕਾਂ ਦੀ ਜਿਹੜੀ ਮਹਾਮਾਰੀ ਕਰੋਨਾ ਵਾਇਰਸ ਦੀ ਹੈ ਉਹ ਅੱਜ ਵੀ ਬਰਕਰਾਰ ਹੈ। लेकिन उस कोरोना का असर की फलों के ऊपर भी पिया है। मेरे नाल कुछ मेरे भाई जुड़े हैं, उनसे इसके संबंध में करते हैं बातचीत। क्या कोरोना वायरस के चलते अभी भी फलों पर भी कुछ असर पड़ा है? बहुत असर पड़ रहा है। कैसा असर? अभी भी नहीं बिक रहा है। अच्छा जी। हाँ जी, हाँ। पिछली दिवाली में और अब की दिवाली में कुछ फर्क नहीं? बहुत फर्क है। कैसा फर्क? जैसे अगले दीपावली था वैसे है ही नहीं दीपावली। अच्छा। हाँ जी, हाँ। नहीं, आपने फलों के रेट भी बहुत महंगाई बढ़ा दी है। महंगाई तो वही चल रहा है। हाँ। जैसे अगले था वैसे अभी भी है। महंगाई कोई नहीं बढ़े हुए है। हाँ। इसी रेट में आगे भी बिक रहा था, अभी भी। खरीद क्यों नहीं रहे लोग खरीद के? खरीद इसलिए कर नहीं रहे हैं कि दुख पड़ा हुआ है, नहीं खाता पीता, यही चक्कर है। मतलब कोरोना वायरस के चलता है पैसे नहीं है लोगों के। पैसे भी नहीं और डर के खाते हैं। क्यों डर के क्यों खाते हैं? सर्दी वाले सामान है, फल फ्रूट है, हाँ। खांसी होता है, जुकाम होता है, उससे कम खाता है। तो पिछली दिवाली में अब तक आपकी सेल और इस दिवाली में अब तक की आपकी सेल में कुछ फर्क है? बहुत फर्क है। अब की तो दीपावली वैसे बड़ी है, इस बार बड़ी है? नहीं, कोई बड़ी नहीं है। क्यों नहीं बड़ी? बस वैसे ही बिकते ही नहीं, तो बड़ी क्या होंगे? बिकती नहीं है। बिकती नहीं है। अच्छा, क्या सेब का क्या रेट लाते हो और क्या आगे बेचते हो? जैसे कहने का मतलब वहाँ पर पेटी हिसाब से बिकता है, यहाँ पर खुले हम सब बेचते हैं। मार्जिन वही होता है, जहाँ पर वहाँ पर 80 बिक रहा मिलता है, यहाँ पर 100 बेचते हैं। 100 बेचते हाँ जी, हाँ। उसमें खराब भी होता है। अभी का टाइम में अब सुबह से लेकर अब तक कितना सेब बेच चुका? सुबह से अभी तक में 5 किलो से बिका है। बस माल वैसे सजे भरे हुए हैं। नहीं, दिवाली है, दिवाली के दिनों में तो कोई दीपावली नहीं, माल देखो ले आया दीपावली के लिए, लेकिन कोई दीपावली नहीं है। वैसे सजे भरे है, बड़ा हुआ रेडी, बड़ा। अगले साल 15 का रेट केला बिका था, अब की 2 का रेट भी बिकने का चांस नहीं है। ਦੋਸਤੋ, ਜਿਵੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਿਹੜੀ ਮਹਿੰਗਾਈ ਹੈ ਉਹਦੇ ਵਿੱਚ ਵੀ ਵਾਧਾ ਹੋਇਆ ਹੈ ਔਰ ਕਿਤੇ ਨਾ ਕਿਤੇ ਕਰੋਨਾ ਵਾਇਰਸ ਦੇ ਚੱਲਦਿਆਂ ਹਰ ਇੱਕ ਤੇ ਪ੍ਰਭਾਵ ਪਿਆ ਹੈ। ਹਰ ਇੱਕ ਜਿਹੜਾ ਬਿਜ਼ਨਸ ਹੈ ਉਹ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਇਹਨਾਂ ਦਿਨਾਂ ਵਿੱਚ ਇਹ ਦੋ ਚੀਜ਼ਾਂ ਨੇ, ਆਲੂ ਔਰ ਪਿਆਜ਼, ਜਿਹੜੇ ਹਰ ਰੋਜ਼ ਰਸੋਈ ਦੇ ਵਿੱਚ ਕੰਮ ਆਉਂਦੇ ਨੇ। ਲੇਕਿਨ ਪਿਆਜ਼ਾਂ ਦੀ ਕੀ ਕੀਮਤ ਹੈ, ਕਿਉਂ ਮਹਿੰਗੇ ਨੇ? ਆਲੂਆਂ ਦੀ ਕੀ ਕੀਮਤ ਹੈ ਤੇ ਕਿਉਂ ਮਹਿੰਗੇ ਨੇ? ਮੇਰੇ ਨਾਲ ਇੱਕ ਨੌਜਵਾਨ ਬੱਬੂ ਜੀ ਜੁੜੇ ਨੇ, ਉਹਨਾਂ ਨਾਲ ਕਰਦੇ ਗੱਲਬਾਤ। ਬੱਬੂ, ਕੀ ਕਾਰਨ ਹੈ ਕਿ ਜਿਹੜੇ ਪਿਆਜ਼ ਹੈ ਇਹਨਾਂ ਦੇ ਰੇਟ ਦਿਨੋਂ ਦਿਨ ਵਧ ਰਹੇ? ਇਹਨਾਂ ਦੇ ਦਿਨੋਂ ਦਿਨ ਰੇਟ ਇਸ ਕਰਕੇ ਵੱਧ ਰਹੇ ਕਿਉਂਕਿ ਪਿੱਛੇ ਸਟੋਰ ਹੋ ਰਿਹਾ ਜੀ ਪਿਆਜ਼, ਆੜਤੀ ਸਟੋਰ ਕਰ ਰਹੇ ਨੇ। ਇੱਥੇ ਸਾਨੂੰ ਘੱਟ ਉਹਦੇ ਲੈ ਕੇ ਪਿਆਜ਼ ਨੂੰ ਵੱਧ ਰੇਟ ਤੇ ਵੇਚਣਾ ਪੈਂਦਾ ਕਿਉਂਕਿ ਆੜਤੀ ਦੇ ਅਸੀਂ ਖਰੀਦ ਕਰਦੇ ਆ, ਉਹ ਸਾਨੂੰ ਅਸੀਂ 3-4 ਰੁਪਏ ਦਾ ਮਾਰਜਨ ਲੈ ਕੇ ਮਾਰਕੀਟ ਦੇ ਵਿੱਚ ਅੱਗੇ ਸਪਲਾਈ ਕਰਦੇ ਆ ਜੀ। ਤੇ ਅੱਗੇ ਹੁਣ ਆਲੂ ਲਾ ਲਓ ਤੁਸੀਂ ਜੀ, ਹੁਣ 36 ਰੁਪਏ ਮੰਡੀ ਦਾ ਰੇਟ ਆ ਜੀ, ਉਹਦੇ 40 ਰੁਪਏ ਵਿਕ ਰਿਹਾ ਜੀ। ਹੁਣ ਸਾਡੇ ਵਰਗੇ ਰੁਜ਼ਗਾਰ ਬੇਰੁਜ਼ਗਾਰ ਬੈਠੇ ਅਸੀਂ, ਕੋਈ ਕੰਮ ਨਹੀਂ ਹੈਗਾ, ਇਸ ਕਰਕੇ ਕੰਮ ਖੋਲਿਆ ਹੋਇਆ ਜੀ। ਹੁਣ ਪਹਿਲਾਂ ਟੈਕਸੀ ਦਾ ਕੰਮ ਸੀਗਾ, ਉਹ ਠੱਪ ਹੋ ਗਿਆ ਲਾਕਡਾਊਨ ਕਰਕੇ ਜੀ। ਸਕੂਲ ਦੀ ਟੈਕਸੀ ਚਲਾਇਆ ਕਰਦੇ ਸੀ? ਸਕੂਲ 'ਚ ਚਲਾਉਂਦੇ ਸੀਗੇ ਜੀ, ਮੈਡਮਾਂ ਪੈਸੇ ਨਹੀਂ ਦੇ ਰਹੀਆਂ, ਉਹਨਾਂ ਕਰਕੇ ਫਿਰ ਉਹਨਾਂ ਨੇ ਹਟਾਤੀਆਂ ਗੱਡੀਆਂ। ਅੱਛਾ। ਤੇ ਤਾਂ ਕਰਕੇ ਫਿਰ ਹੁਣ ਆਹ ਕੰਮ ਸ਼ੁਰੂ ਕਰਿਆ ਜੀ। ਤੇ ਹੁਣ ਮਤਲਬ ਕੀ ਲੱਗ ਰਿਹਾ ਤੁਹਾਨੂੰ ਕਿ ਇਹ ਤਿਉਹਾਰਾਂ ਤੋਂ ਬਾਅਦ ਘਟੇਗਾ? ਪਿਆਜ਼ ਤਾਂ ਘਟੇਗਾ ਜੀ, ਪਰ ਉਹ ਗੱਲਬਾਤ ਨਹੀਂ ਨਾ ਹੈਗੀ। ਹੁਣ ਲੋਕਾਂ ਨੇ ਇੰਨਾ ਦਮ ਟੁੱਟਿਆ ਪਿਆ ਜੀ, ਹੁਣ 60-70 ਰੁਪਏ ਤੋਂ ਮੁੜ ਕੇ ਗਿਆ ਜੀ ਪਿਆਜ਼। ਬਿਲਕੁਲ ਹੁਣ ਆਇਆ ਮੜਿਆ ਪਿਆਜ਼ 50 ਰੁਪਏ ਕਿਲੋ। ਬਿਲਕੁਲ ਦੋਸਤੋ, ਉਹੀ ਰਾਮ ਕਹਾਣੀ ਤਾਂ ਸਭ ਦੀ ਇੱਕੋ ਹੀ ਹੈ ਕਿ ਪਿਆਜ਼, ਦੀਵਾਲੀ, ਜਦ ਕਿ ਤਿਉਹਾਰਾਂ ਦੇ ਦਿਨ ਇਹ ਚੀਜ਼ਾਂ ਸਸਤੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਇਹਨਾਂ ਚੀਜ਼ਾਂ ਤੋਂ ਹਰ ਇੱਕ ਜਿਹੜਾ ਫਾਇਦਾ ਹੈ ਉਹ ਲੈ ਸਕੇ ਔਰ ਵਧੀਆ ਤਰੀਕੇ ਨਾਲ ਆਪਣੇ ਪਰਿਵਾਰ ਵਿੱਚ ਤਿਉਹਾਰ ਮਨਾ ਸਕਣ। ਪਰ ਇੱਥੇ ਬਿਲਕੁਲ ਉਲਟ ਜਾ ਰਿਹਾ। ਤਿਉਹਾਰਾਂ ਦੇ ਦਿਨਾਂ ਵਿੱਚ ਮਹਿੰਗਾਈ ਉੱਪਰ ਹੋ ਜਾਂਦੀ ਹੈ ਔਰ ਆਮ ਜਿਹੜੀ ਹੈ ਅੱਜ ਕੱਲ੍ਹ ਆਮ ਦਿਨਾਂ ਦੇ ਵਿੱਚ ਵੀ ਮਹਿੰਗਾਈ ਉਸੇ ਤਰ੍ਹਾਂ ਹੀ ਬਰਾਬਰ ਰਹਿੰਦੀ। ਕਰੋਨਾ ਵਾਇਰਸ ਦੇ ਚੱਲਦਿਆਂ ਮਹਿੰਗਾਈ ਵਿੱਚ ਵਾਧਾ ਹੋਇਆ। ਦੀਵਾਲੀ ਦੀ ਜਿਹੜੀ ਰੰਗ ਹੈ ਉਹ ਫਿੱਕਾ ਪਿਆ ਜਾਂ ਗੂੜਾ ਪਿਆ? गूढ़ा है, महंगा हो गया थोड़ा सा हर चीज़। हाँ हर चीज़ महंगी है जी। आलू ला लो, प्याज ला लो, जो मर्जी चीज़ ला लो महंगी। फायदा तो कोई है ही नहीं था। नहीं, दिवाली ते लोग ਜਿਹੜੇ ਹੈ ਉਹ ਇਸ ਵਾਰ ਘੱਟ ਖਰੀਦਦੇ ਨੇ ਵੱਧ ਖਰੀਦਦੇ? ਉਹਦਾ ਘੱਟ ਖਰੀਦਣਗੇ। ਕਿਉਂ?
ਘੱਟ ਤਾਂ ਹੀ ਖਰੀਦਣਗੇ, ਮਹਿੰਗੀ ਆ, ਹਾਂ ਮਹਿੰਗੇ ਕਰਕੇ ਘੱਟ ਖਰੀਦਣਗੇ। ਹਾਂ ਹਾਂ ਠੀਕ ਹੈ। ਤੇ ਬਾਕੀ ਕਰੋਨਾ ਕਰਕੇ ਚੱਲਣਾ ਹੀ ਚੱਲਣਾ ਇਹਦਾ ਕੰਮ। ਹਾਂ ਠੀਕ ਹੈ ਨਾ, ਮਤਲਬ ਅਜੇ ਲੱਗਦਾ ਕਿ ਇਹ ਦੀਵਾਲੀ ਜਿਹੜੀ ਫਿੱਕੀ ਹੋਏਗੀ। ਫਿੱਕੀ ਹੋਏਗੀ। ਫਿੱਕੀ ਕਾਲੀ ਦੀਵਾਲੀ ਹੈ ਜੀ, ਕੋਈ ਕਾਲੀ ਦੀਵਾਲੀ ਯਾਰ, ਕਾਲੀ ਦੀਵਾਲੀ ਹੈ ਜੀ, ਹਾਂ। ਇੱਕ ਤਰ੍ਹਾਂ ਦੀ ਬਸ ਤਾਂ ਲੋਕਾਂ ਦੇ। ਦੀਵਾਲੀ ਤੇ ਔਰ ਤਿਉਹਾਰਾਂ ਦੇ ਨਜ਼ਦੀਕ ਜਿਹੜੀ ਹੈ ਉਹ ਬਾਜ਼ਾਰ ਦੇ ਵਿੱਚ ਸਮਾਨ ਸਸਤਾ ਹੋਣਾ ਚਾਹੀਦਾ ਹੈ, ਪਰ ਉਲਟ ਹੋ ਰਿਹਾ, ਸਮਾਨ ਮਹਿੰਗਾ ਹੋ ਰਿਹਾ, ਜਿਸ ਦੇ ਕਰਕੇ ਹਰ ਇੱਕ ਮਤਲਬ ਪਹੁੰਚ ਤੋਂ ਜਿਹੜਾ ਸਮਾਨ ਹੈ ਉਹ ਨਹੀਂ ਹੈ ਔਰ ਹਰ ਇੱਕ ਦੀ ਪਹੁੰਚ ਤੋਂ ਬਾਹਰ ਹੈ ਸਮਾਨ। ਪਰ ਵੱਡੀ ਗੱਲ ਹੈ ਦੋਸਤੋ, ਦੀਵਾਲੀ ਜਿਹੜੀ ਹੈ ਇਸ ਵਾਰ ਦੀ ਫਿੱਕੀ ਫਿੱਕੀ ਨਜ਼ਰ ਆ ਰਹੀ ਹੈ। ਸਬਜ਼ੀਆਂ ਦੇ ਰੇਟ ਚੜੇ ਹੋਏ ਨੇ, ਫਲਾਂ ਦੇ ਰੇਟ ਚੜੇ ਹੋਏ ਨੇ ਔਰ ਸਿੰਪਲ ਤਾਂ ਸਿੰਪਲ ਰੋਜ਼ਮਰਾ ਦੀ ਜ਼ਿੰਦਗੀ 'ਚ ਕੰਮ ਆਉਣ ਵਾਲੇ 2 ਆਲੂ ਤੇ ਪਿਆਜ਼, ਉਹਨਾਂ ਦੇ ਰੇਟ ਜਿਹੜੇ ਆਸਮਾਨ ਨੂੰ ਛੂ ਰਹੇ ਨੇ। ਵੇਖਣਾ ਹੁਣ ਇਹ ਹੋਏਗਾ ਕਿ ਦੀਵਾਲੀ ਤੋਂ ਬਾਅਦ ਇਹ ਰੇਟ ਕਿੰਨੇ ਡਾਊਨ ਜਾਂਦੇ ਨੇ ਤੇ ਕਿੰਨੇ ਇਹ ਅਪ ਜਾਂਦੇ ਨੇ। ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮ ਸਹੋਤਾ, ਏਵਨ ਪੰਜਾਬੀ ਟੀਵੀ ਲਈ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।